ਡਾਂਗਾ ਸੋਟੇ ਚੱਲਦੇ ਨੇ, ਪੱਗਾਂ ਨੂੰ ਹੱਥ ਪੈਂਦੇ ਨੇ। ਕੀ ਇਹ ਮਰਿਆਦਾ ਤੋਂ ਬਾਹਰ ਜਾਣ ਵਾਲੀਆਂ ਗੱਲਾਂ ਨਹੀਂ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫਰਜ਼ ਕੀ ਨੇ? ਔਰ ਜਦ ਹਰਿਆਣੇ ਦੇ ਸਿੱਖਾਂ ਨੂੰ ਇੱਕ ਵੱਖਰੀ ਕਮੇਟੀ ਬਣਾ ਦਿੱਤੀ ਗਈ ਆ ਤੇ ਪੰਜਾਬ ਵਾਲਿਆਂ ਨੂੰ ਛੱਡ ਦੇਣਾ ਚਾਹੀਦਾ ਹੈਗਾ। ਸ਼੍ਰੋਮਣੀ ਅਕਾਲੀ ਦਲ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਕੇ ਹੀ ਇੱਕ ਮੋਟੀ ਵਜ੍ਹਾ ਇਹ ਹੈ ਕਿ ਜਿਹੜੀ ਹਰਿਆਣੇ ਵਾਸਤੇ ਕਮੇਟੀ ਹੋਣੀ ਚਾਹੀਏ, ਇਹ ਦੋਨੇ ਜ਼ਿੰਮੇਵਾਰ ਨੇ। ਸੁਖਬੀਰ ਸਿੰਘ ਬਾਦਲ ਤੇ ਅੱਜ ਪ੍ਰੈਸ ਕਾਨਫਰੰਸ ਕਰਦੇ ਆ, ਇੱਥੋਂ ਤੱਕ ਕਹਿ ਗਏ ਕਿ ਜਿਹੜੇ ਮੈਂ ਕਹਿੰਦਾ ਸੀ ਨਾ ਵੱਖਰੀ ਕਮੇਟੀ ਨਾ ਬਣਦੀ ਹੈ, ਇਕੱਠੇ ਹੋ ਜਾਈਏ, ਏਕੇ ਦੀ ਲੋੜ ਆ। ਆਰਐਸਐਸ ਤੇ ਭਾਜਪਾ ਦੇ ਬੰਦੇ ਸ਼ਾਮਲ ਹੋ ਗਏ ਉਸ ਕਮੇਟੀ 'ਚ। ਇਸੇ ਸ਼੍ਰੋਮਣੀ ਅਕਾਲੀ ਦਲ ਦਾ ਆਰਐਸਐਸ ਤੇ ਬੀਜੇਪੀ ਦਾ ਗੱਠਜੋੜ ਆ। 1996 ਤੋਂ ਲੈ ਕੇ ਹੁਣ ਹੀ ਮਜਬੂਰੀ ਨੇ ਤੋੜਿਆ ਨਾ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ, ਨਾ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੂੰ, ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਿਛਲੇ ਪ੍ਰਧਾਨਾਂ ਨੂੰ ਕਦੀ ਰਘੂਜੀਤ ਸਿੰਘ ਵਿਰਕ ਤੋਂ ਇਲਾਵਾ ਇਹਨਾਂ ਨੂੰ ਦੂਜਾ ਬੰਦਾ ਦਿਖਿਆ ਨਹੀਂ। ਜੇ ਹਾਰ ਜਾਂਦੇ ਸੀ ਵਿਰਕ ਸਾਹਿਬ, ਫਿਰ ਉਹਨੂੰ ਕਾਪਟ ਕਰਕੇ ਫਿਰ ਉਹਨੂੰ ਵਾਈਸ ਪ੍ਰੈਜ਼ੀਡੈਂਟ ਬਣਾ ਦਿੰਦੇ। ਸੁਖਬੀਰ ਸਿੰਘ ਬਾਦਲ ਨੇ ਕੀ ਆਪਣੀ ਕਮਜ਼ੋਰੀ ਦਿਖਾ ਰਹੇ ਨੇ? ਯਾਰ ਸ਼੍ਰੋਮਣੀ ਅਕਾਲੀ ਦਲ ਏਡੀ ਵੱਡੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੁਣ ਕੀ ਪ੍ਰੈਸ ਕਾਨਫਰੰਸ ਕਰਕੇ, ਪ੍ਰੈਸ ਬਿਆਨ ਰਾਹੀਂ ਜਾਂ ਟਵੀਟ ਰਾਹੀਂ ਕਰਕੇ ਹੁਣ ਅਕਾਲੀ ਦਲ ਜਾਂ ਪੰਥਕ ਮੁੱਦਿਆਂ ਦੀ ਲੜਾਈ ਲੜਨਗੇ? ਅਗਰ ਉੱਥੇ ਖੁਦਾ ਨਾ ਖਾਸਤਾ ਕਾਂਗਰਸ ਪਾਰਟੀ ਦੀ ਸਰਕਾਰ ਹੁੰਦੀ ਤੇ ਅਕਾਲੀ ਦਲ ਨੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਹੀਰਾਂ ਘੱਤ ਕੇ ਇਕੱਠੇ ਕਰਕੇ ਰੈਲੀ, ਧਰਨੇ, ਰੋਸ ਮੁਜ਼ਾਹਰੇ ਕਰਦੇ ਨੇ ਸੀ। ਲੇਕਿਨ ਇਸ ਸਮੇਂ ਬੀਜੇਪੀ ਤੋਂ ਡਰਦੇ ਵੀ ਆ ਤੇ ਬੀਜੇਪੀ ਦੇ ਨਾਲ ਫਿਰ ਇਹ ਸਾਂਝ ਪਾਉਣ ਨੂੰ ਫਿਰਦੇ, ਉਹ ਗੁੰਜਾਇਸ਼ ਰੱਖ ਰਹੇ ਨੇ ਸੁਖਬੀਰ ਸਿੰਘ ਬਾਦਲ ਹੋਣੀ ਕਿ ਜੇ ਮੈਂ ਜ਼ਿਆਦੀਆਂ ਤੱਤੀਆਂ ਗੱਲਾਂ ਕਰੂੰਗਾ, ਜ਼ਿਆਦਾ ਆਪਣਾ ਅਗਰੈਸ਼ਨ ਦਿਖਾਵਾਂਗਾ, ਅਕਾਲੀ ਦਲ ਜ਼ਿਆਦਾ ਆਸ ਕਰਿਆ ਕਿ ਕਿਤੇ ਨਾ ਕਿਤੇ ਸਾਡਾ ਫਿਰ ਗੱਠਜੋੜ ਹੋ ਜੇ। ਗੱਠਜੋੜ ਹੋਣਾ ਹੀ ਆ। ਪ੍ਰੋਗਰਾਮ 16 ਨੇ ਸੱਚ ਵਿੱਚ ਤੁਹਾਡਾ ਸਭ ਦਾ ਸਵਾਗਤ। ਮੈਂ ਹਾਂ ਸੰਦੀਪ ਲਾਧੂਕਾ। ਗੱਲ ਕਰਾਂਗੇ ਗੁਰੂ ਘਰਾਂ ਵਿੱਚ ਹੋ ਰਹੀਆਂ ਘਟਨਾਵਾਂ ਦੀ। ਇਹ ਗੁਰੂ ਘਰ 'ਚ ਹੋਈ ਘਟਨਾ ਕਿਸੇ ਆਮ ਲੋਕਾਂ ਵੱਲੋਂ ਨਹੀਂ ਹੈ। ਹਾਲਾਂਕਿ ਜਿਨ੍ਹਾਂ ਨੇ ਇਹਨਾਂ ਗੁਰਦੁਆਰਿਆਂ ਦਾ ਪ੍ਰਬੰਧ ਚਲਾਉਣਾ ਹੈ, ਕਮੇਟੀਆਂ ਦੀ ਆਪਸ ਵਿੱਚ ਲੜਾਈ ਹੋ ਜਾਂਦੀ ਹੈ, ਡਾਂਗਾ ਸੋਟੇ ਚੱਲਦੇ ਨੇ, ਪੱਗਾਂ ਨੂੰ ਹੱਥ ਪੈਂਦੇ ਨੇ। ਕੀ ਇਹ ਮਰਿਆਦਾ ਤੋਂ ਬਾਹਰ ਜਾਣ ਵਾਲੀਆਂ ਗੱਲਾਂ ਨਹੀਂ? ਇਸ ਤੇ ਕੌਣ ਕੰਟਰੋਲ ਕਰੇਗਾ? ਇਸ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫਰਜ਼ ਕੀ ਨੇ? ਸ਼੍ਰੋਮਣੀ ਅਕਾਲੀ ਦਲ ਦਾ ਫਰਜ਼ ਕੀ ਹੈ? ਇਸ ਤੇ ਵੀ ਗੱਲ ਕਰਾਂਗੇ। ਔਰ ਇੱਕ ਮੁੱਖ ਮੰਤਰੀ ਭਗਵੰਤ ਮਾਨ ਤੇ ਪ੍ਰਕਾਸ਼ ਸਿੰਘ ਬਾਦਲ ਬਾਰੇ, ਜੋ ਬੰਦੀ ਸਿੰਘਾਂ 'ਚ ਲੱਗੇ ਮੋਰਚੇ ਬਾਰੇ ਇੱਕ ਦੂਜੇ 'ਚ ਵਾਰ ਚੱਲ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਤੇ ਉਧਰੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜਾ ਬਿਆਨ ਦਿੱਤਾ ਹੈ, ਇਸ ਤੇ ਵੀ ਚਰਚਾ ਕਰਾਂਗੇ। ਮੇਰੇ ਨਾਲ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਨੇ। ਭੁੱਲਰ ਸਾਹਿਬ, ਸਭ ਤੋਂ ਪਹਿਲਾਂ ਪਹਿਲੇ ਮੁੱਦੇ ਤੇ ਆਉਂਦੇ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਸਮਰਥਕ ਨੇ, ਲੀਡਰ ਨੇ, ਆਗੂ ਨੇ, ਉਹ ਆਪਸ ਵਿੱਚ ਗੁਰੂ ਘਰਾਂ 'ਚ ਲੜਨ ਲੱਗੇ ਨੇ। ਮਾਇਨੇ ਕੀ ਨੇ ਇਸ ਦੇ ਤੇ ਅਰਥ ਕੀ ਨਿਕਲਣਗੇ? ਸੰਦੀਪ, ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ 'ਚ ਆ ਗਈ, ਕਿਉਂਕਿ ਸੁਪਰੀਮ ਕੋਰਟ ਨੇ ਜਿਹੜੇ ਵੀ ਵੱਖਰੀ ਕਮੇਟੀ ਨੂੰ ਲੈ ਕੇ ਪਟੀਸ਼ਨ ਆਪਣੀ ਰੱਦ ਕਰ ਦਿੱਤੀਆਂ ਹੈਗੀਆਂ। ਤੇ ਹੁਣ ਜਿਹੜੇ ਹਰਿਆਣੇ ਦੇ ਸਿੱਖਾਂ ਨੇ ਸੰਭਾਲਣੇ, ਹਰਿਆਣਾ 'ਚ ਜਿੰਨੇ ਵੀ ਗੁਰਦੁਆਰੇ ਨੇ, ਚਾਹੇ ਇਤਿਹਾਸਕ ਗੁਰਦੁਆਰੇ ਨੇ ਚਾਹੇ ਹੋਰ ਨੇ, ਉਹਨਾਂ ਦਾ ਪ੍ਰਬੰਧ ਉਹਨਾਂ ਕੋਲ ਆ। ਔਰ 6ਵੀਂ ਪਾਤਸ਼ਾਹੀ ਜਿਹੜਾ ਗੁਰਦੁਆਰਾ ਕੁਰੂਕਸ਼ੇਤਰ, ਇਹ ਸ਼ਾਇਦ ਉਹਨਾਂ ਨੇ ਹੈੱਡਕੁਆਟਰ ਬਣਾਉਣਾ ਹੋਊਗਾ। ਪਰ ਉੱਥੇ ਜਿਵੇਂ ਅੱਜ ਕੁਝ ਹੋਇਆ ਬਹੁਤ ਹੀ ਨਿੰਦਣਯੋਗ ਆ ਤੇ ਇੱਦਾਂ ਨਹੀਂ ਹੋਣਾ ਚਾਹੀਦਾ। ਔਰ ਜਦ ਹਰਿਆਣੇ ਦੇ ਸਿੱਖਾਂ ਨੂੰ ਇੱਕ ਵੱਖਰੀ ਕਮੇਟੀ ਬਣਾ ਦਿੱਤੀ ਗਈ ਆ ਤੇ ਪੰਜਾਬ ਵਾਲਿਆਂ ਨੂੰ ਛੱਡ ਦੇਣਾ ਚਾਹੀਦਾ ਹੈਗਾ, ਕਿਉਂਕਿ ਪੰਜਾਬ ਵਾਲਿਆਂ ਕਰਕੇ ਮਤਲਬ ਸ਼੍ਰੋਮਣੀ ਅਕਾਲੀ ਦਲ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਕੇ ਹੀ ਇੱਕ ਮੋਟੀ ਵਜ੍ਹਾ ਇਹ ਆ ਕਿ ਜਿਹੜੀ ਹਰਿਆਣੇ ਵਾਸਤੇ ਕਮੇਟੀ ਹੋਣੀ ਚਾਹੀਏ, ਇਹ ਦੋਨੇ ਜ਼ਿੰਮੇਵਾਰ ਨੇ। ਸੁਖਬੀਰ ਸਿੰਘ ਬਾਦਲ ਤੇ ਅੱਜ ਪ੍ਰੈਸ ਕਾਨਫਰੰਸ ਕਰਦੇ ਆ, ਇੱਥੋਂ ਤੱਕ ਕਹਿ ਗਏ ਕਿ ਜਿਹੜੇ ਮੈਂ ਕਹਿੰਦਾ ਸੀ ਨਾ ਵੱਖਰੀ ਕਮੇਟੀ ਨਾ ਬਣਦੀ ਹੈ, ਇਕੱਠੇ ਹੋ ਜਾਈਏ, ਏਕੇ ਦੀ ਲੋੜ ਆ। ਆਰਐਸਐਸ ਤੇ ਭਾਜਪਾ ਦੇ ਬੰਦੇ ਸ਼ਾਮਲ ਹੋ ਗਏ ਉਸ ਕਮੇਟੀ 'ਚ। ਤੇ ਇਸੇ ਸ਼੍ਰੋਮਣੀ ਅਕਾਲੀ ਦਲ ਦਾ ਆਰਐਸਐਸ ਤੇ ਬੀਜੇਪੀ ਦਾ ਗੱਠਜੋੜ ਆ। 1996 ਤੋਂ ਲੈ ਕੇ ਹੁਣ ਹੀ ਮਜਬੂਰੀ ਨੇ ਤੋੜਿਆ ਵਜ੍ਹਾ ਹੈ ਕਿ ਇਹਨਾਂ ਦੋਨਾਂ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸ਼੍ਰੋਮਣੀ ਅਕਾਲੀ ਦਲ ਮੋਟੀਆਂ ਵਜ੍ਹਾ ਇਹ ਕਸੂਰਵਾਰ ਜੇ ਅੱਜ ਹਰਿਆਣੇ ਦੇ ਵਿੱਚ ਵੱਖਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ, ਕਿਉਂਕਿ ਇਹਨਾਂ ਨੂੰ ਉੱਥੇ 11 ਮੈਂਬਰ ਨੇ। ਨਾ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ, ਨਾ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੂੰ, ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਿਛਲੇ ਪ੍ਰਧਾਨਾਂ ਨੂੰ ਕਦੀ ਰਘੂਜੀਤ ਸਿੰਘ ਵਿਰਕ ਤੋਂ ਇਲਾਵਾ ਇਹਨਾਂ ਨੂੰ ਦੂਜਾ ਬੰਦਾ ਦਿਖਿਆ ਨਹੀਂ। ਉੱਥੇ ਇਹਨਾਂ ਨੂੰ ਉਹੀ ਦਿਖਿਆ। ਜੇ ਹਾਰ ਜਾਂਦੇ ਸੀ ਵਿਰਕ ਸਾਹਿਬ, ਫਿਰ ਉਹਨੂੰ ਕਾਪਟ ਕਰਕੇ ਫਿਰ ਉਹਨੂੰ ਵਾਈਸ ਪ੍ਰੈਜ਼ੀਡੈਂਟ ਬਣਾ ਦਿੰਦੇ। ਅਗਰ ਤੁਸੀਂ ਉਹਨੂੰ ਛੱਡ ਕੇ ਬਾਕੀ ਲੋਕਾਂ ਨੂੰ ਹਰ ਸਾਲ ਬਾਅਦ ਰੋਟੇਸ਼ਨ ਵਾਈਜ਼, ਕਿਉਂਕਿ ਹਰ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਹੁੰਦੀ ਆ, ਹਰ ਸਾਲ ਕਦੀ ਰਘੂਜੀਤ ਵਿਰਕ, ਕਦੀ ਉੱਥੇ ਹੋਰ ਜਿਹੜੇ ਲੋਕਾਂ ਨੂੰ ਸ਼ਾਮਲ ਕਰਦੇ, ਐਡਜੈਕਟਿਵ 'ਚ ਸ਼ਾਮਲ ਕਰਦੇ, ਮੇਨ 'ਚ ਸ਼ਾਮਲ ਕਰਦੇ ਤੇ ਮਸਲਾ ਹੱਲ ਹੋ ਜਾਂਦਾ। ਇਹ ਅੱਜ ਦਿਨ ਨਾ ਦੇਖਣੇ ਪੈਂਦੇ ਆ, ਨੌਬਤ ਨਹੀਂ ਆਉਂਦੀ
ਠੀਕ ਹੈ, ਤੁਸੀਂ ਕਸੂਰਵਾਰ ਆ। ਦਿੱਲੀ ਜਿਹੜੀ ਵੱਖਰੀ ਕਮੇਟੀ ਪਹਿਲਾਂ ਵੀ ਉਹ ਵੀ ਦਿੱਲੀ ਕਮੇਟੀ ਬਣੀ ਹੈਗੀ, ਕਿਤੇ ਨਾ ਕਿਤੇ ਅਕਾਲੀ ਦਲ ਦੀਆਂ ਜਿਹੜੀਆਂ ਮਜਬੂਰੀਆਂ ਰਹੀਆਂ ਨੇ, ਹੁਣ ਸਭ ਤੋਂ ਵੱਡੀ ਸੁਖਬੀਰ ਸਿੰਘ ਬਾਦਲ ਹੋਣੀ ਕੀ ਆਪਣੀ ਕਮਜ਼ੋਰੀ ਦਿਖਾ ਰਹੇ ਨੇ, ਮਜਬੂਰੀ ਦਿਖਾ ਰਹੇ। ਯਾਰ ਸ਼੍ਰੋਮਣੀ ਅਕਾਲੀ ਦਲ ਐਡੀ ਵੱਡੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੁਣ ਕੀ ਪ੍ਰੈਸ ਕਾਨਫਰੰਸ ਕਰਕੇ, ਪ੍ਰੈਸ ਬਿਆਨ ਰਾਹੀਂ ਜਾਂ ਟਵੀਟ ਰਾਹੀਂ ਕਰਕੇ ਹੁਣ ਅਕਾਲੀ ਦਲ ਜਾਂ ਪੰਥਕ ਮੁੱਦਿਆਂ ਦੀ ਲੜਾਈ ਲੜਨਗੇ? ਹੁਣ ਨਹੀਂ ਆ। ਹੁਣ ਇਸ ਕਰਕੇ ਅਗਰ ਉੱਥੇ ਖੁਦਾ ਨਾ ਖਾਸਤਾ ਕਾਂਗਰਸ ਪਾਰਟੀ ਦੀ ਸਰਕਾਰ ਹੁੰਦੀ ਤੇ ਅਕਾਲੀ ਦਲ ਨੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਹੀਰਾਂ ਘੱਤ ਕੇ ਇਕੱਠੇ ਕਰਕੇ ਰੈਲੀ ਧਰਨੇ ਰੋਸ ਮੁਜ਼ਾਹਰੇ ਕਰਦੇ ਨੇ ਸੀ। ਲੇਕਿਨ ਇਸ ਸਮੇਂ ਬੀਜੇਪੀ ਤੋਂ ਡਰਦੇ ਵੀ ਆ ਤੇ ਬੀਜੇਪੀ ਦੇ ਨਾਲ ਫਿਰ ਇਹ ਸਾਂਝ ਪਾਉਣ ਨੂੰ ਫਿਰਦੇ। ਉਹ ਗੁੰਜਾਇਸ਼ ਰੱਖ ਰਹੇ ਨੇ ਸੁਖਬੀਰ ਸਿੰਘ ਬਾਦਲ ਹੋਣੀ ਕਿ ਜੇ ਮੈਂ ਜ਼ਿਆਦੀਆਂ ਤੱਤੀਆਂ ਗੱਲਾਂ ਕਰੂੰਗਾ, ਜ਼ਿਆਦਾ ਆਪਣਾ ਅਗਰੈਸ਼ਨ ਦਿਖਾਵਾਂਗਾ ਤੇ ਸਾਡਾ ਜਿਹੜਾ ਭਵਿੱਖ ਦੇ ਵਿੱਚ ਆਸ ਕਰ ਰਹੇ ਨਾ ਦੋਨੇ ਪਾਰਟੀਆਂ, ਭਾਰਤੀ ਜਨਤਾ ਪਾਰਟੀ ਚਾਹੇ ਆਸ ਘੱਟ ਕਰ ਰਹੀ ਹੋਵੇ, ਸ਼੍ਰੋਮਣੀ ਅਕਾਲੀ ਦਲ ਜ਼ਿਆਦਾ ਆਸ ਕਰ ਰਿਹਾ ਕਿ ਕਿਤੇ ਨਾ ਕਿਤੇ ਸਾਡਾ ਫਿਰ ਗੱਠਜੋੜ ਹੋ ਜੇ। ਗੱਠਜੋੜ ਹੋਣਾ ਹੀ ਆ, ਚਾਹੇ ਜਲੰਧਰ ਜਿਮਨੀ ਚੋਣ ਜਿਹੜੀ ਲੋਕ ਸਭਾ ਦੀ ਹੋਣੀ ਆ ਇਹਦੇ 'ਚ ਨਾ ਹੋਵੇ, ਪਰ 24 ਵਾਲੀਆਂ ਜਿਹੜੀਆਂ ਲੋਕ ਸਭਾ ਤੋਂ ਪਹਿਲਾਂ ਦੇ ਗੱਠਜੋੜ ਹੋਣ ਦੀ ਉਮੀਦ ਇਸ ਕਰਕੇ ਹੈ ਕਿ ਨਾ ਸ਼੍ਰੋਮਣੀ ਅਕਾਲੀ ਦਲ ਇੰਨਾ ਅਗਰੈਸ਼ਨ ਦਿਖਾ ਰਿਹਾ, ਨਾ ਭਾਰਤੀ ਜਨਤਾ ਪਾਰਟੀ। ਉਹ ਇੱਕ ਸਪੇਸ ਰੱਖੀ ਜਾ ਰਹੀ ਹੈ ਤੇ ਇਸ ਕਰਕੇ ਇੱਕ ਟਵੀਟ, ਪ੍ਰੈਸ ਕਾਨਫਰੰਸ, ਪ੍ਰੈਸ ਬਿਆਨ ਰਾਹੀਂ ਪੰਥਕ ਲੜਾਈਆਂ ਨਹੀਂ ਲੜੀਆਂ ਜਾਣੀਆਂ। ਇਹ ਅਕਾਲੀ ਦਲ ਲੱਗਦਾ ਹੈ ਕਿ ਜੇ ਬਚਣਾ ਵਾ ਤੇ ਫਿਰ ਬੀਜੇਪੀ ਨਾਲ ਸਾਂਝ ਪਾਉਣੀ ਪੈਣੀ ਆ। ਉਸ ਆਸ ਦੇ ਵਿੱਚ ਹੁਣ ਸ਼੍ਰੋਮਣੀ ਅਕਾਲੀ ਦਲ ਮਹਿਜ ਇੱਕ ਟਵੀਟ ਤੇ ਸੋਸ਼ਲ ਮੀਡੀਆ ਫੇਸਬੁੱਕ ਤੇ ਲਿਖਤਾ, ਪ੍ਰੈਸ ਬਿਆਨ ਆ ਗਿਆ ਤੇ ਪ੍ਰੈਸ ਕਾਨਫਰੰਸ ਹੋ ਗਈ। ਅਕਾਲੀ ਦਲ ਦਾ ਇਤਿਹਾਸ ਸ਼ਾਇਦ ਇਹ ਆਪ ਹੀ ਭੁੱਲ ਗਏ ਨੇ। ਅਕਾਲੀ ਦਲ ਨੇ ਤੇ ਲੜਾਈਆਂ ਬਹੁਤ ਵੱਡੀਆਂ ਲੜੀਆਂ ਨੇ, ਕੁਰਬਾਨੀਆਂ ਦਿੱਤੀਆਂ ਨੇ ਤੇ ਅੱਜ ਕੱਲ੍ਹ ਕੁਰਬਾਨੀ ਕੌਣ ਦਿੰਦਾ ਹੈਗਾ? ਅੱਜ ਕੱਲ੍ਹ ਕਹਿੰਦੇ ਟਵੀਟ ਕਰਤੇ ਦਿੱਤਾ ਹੈਗਾ, ਹਾਜ਼ਰੀ ਪੈ ਗਈ ਆ, ਬਹੁਤ ਹੋ ਗਿਆ, ਨਿੰਦਦੇ ਵੀ ਨਹੀਂ ਖੁੱਲ੍ਹ ਕੇ। ਔਰ ਤੁਸੀਂ ਕਹਿ ਰਹੇ RSS BJP 1996 ਤੋਂ ਲੈ ਕੇ ਤੇ ਹੁਣ ਤੱਕ ਕਿੰਨਾ ਸਮਝੌਤਾ ਕੀਤਾ ਹੈਗਾ? 67 ਵੇਲੇ ਤੁਹਾਡਾ ਸਮਝੌਤਾ ਰਿਹਾ ਅਕਾਲੀ ਦਲ ਦਾ ਰਿਹਾ ਹੈਗਾ। ਹੁਣ ਕਿਉਂ ਨਾ? ਹੁਣ ਤੁਸੀਂ ਕਿਵੇਂ ਕਹਿੰਦੇ RSS ਕਰਕੇ ਤੁਸੀਂ ਨਾਨਕਸ਼ਾਹੀ ਕੈਲੰਡਰ ਨਹੀਂ ਲਾਗੂ ਹੋਣ ਦਿੱਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਹਦੀ ਆ? ਅੱਜ ਤੁਹਾਨੂੰ ਹੁਣ ਸ਼੍ਰੋਮਣੀ ਅਕਾਲੀ ਦਲ ਨੂੰ RSS ਤੇ BJP ਵੀ ਦੁਖਣ ਲੱਗ ਪਈ। ਕੀ ਅੰਦਰਲੀ ਆਪਸੀ ਲੜਾਈ ਦਾ ਬਗਾਨੇ ਫਾਇਦਾ ਚੁੱਕਣਗੇ ਜਿਸ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ? ਦੇਖੋ, ਸਭ ਤੋਂ ਵੱਡੀ ਗੱਲ ਇਹਨਾਂ ਦੇ ਅਕਾਲੀ ਦਲ ਨੂੰ ਹੱਲੇ ਕੁਛ ਨਹੀਂ। ਅਕਾਲੀ ਦਲ ਨੂੰ ਸੰਜੀਵਨੀ ਬੂਟੀ ਨਹੀਂ ਲੱਭ ਰਹੀ ਹੈਗੀ। ਜਿੱਥੇ ਲੱਭਣ ਦੀ ਆਸ ਆ ਵੀ ਜੇ ਅਕਾਲੀ ਦਲ ਪੰਥ ਦੀ ਜਮਾਤ ਆਪਣੇ ਨੂੰ ਕਹਿੰਦਾ, ਉਹ ਡਰਦੇ ਨੇ ਕਿ BJP ਕੋਲ ਬਹੁਤ ਸਾਰੇ ਹਥਿਆਰ ਨੇ। ਉਹ ਜਿਹੜੇ BJP ਕੋਲ ਹਥਿਆਰ, ਉਹ ਕਿਸੇ ਵੀ ਪਾਰਟੀ ਕੋਲ ਹਥਿਆਰ ਨਹੀਂ ਹੈਗੇ। ਉਹ ਵੀ ਡਰਦੇ ਨੇ ਪਤਾ ਨਹੀਂ ਕਿਹੜੇ ਵੇਲੇ ਕਿਹਦੀ ਇਨਕੁਆਇਰੀ ਖੁੱਲ੍ਹ ਜਾਣੀ, ਕਿਹਨੂੰ ED ਦਾ ਨੋਟਿਸ ਆ ਜਾਣਾ, ਕਿਹਨੂੰ ਇਨਕਮ ਟੈਕਸ ਦਾ ਨੋਟਿਸ ਆ ਜਾਣਾ। ਇਹ ਵੀ ਤਾਂ ਇੱਕ ਖੌਫ ਹੈ ਨਾ, ਇੱਕ ਡਰ ਹੈ। ਤੇ ਜਦੋਂ ਪਾਰਟੀਆਂ ਡਰ ਲੱਪੇ ਨੇ, ਖੌਫ 'ਚ ਰਹਿਣ, ਤੇ ਫਿਰ ਉਹ ਜਿਹੜੇ ਪੰਥਕ ਮੁੱਦਲੇ ਜਿਹੜੇ ਮਸਲੇ ਨੇ ਉਹ ਹੱਲ ਨਹੀਂ ਹੁੰਦੇ ਹੈਗੇ। ਇਸ ਕਰਕੇ ਅਕਾਲੀ ਦਲ ਨੂੰ ਚਾਹੀਦਾ ਇੱਕ ਵੱਡੀ ਲੜਾਈ ਲੜਨ ਦੀ ਲੋੜ ਆ। ਟਵੀਟ ਦੇ ਨਾਲ ਲੜਾਈਆਂ ਨਹੀਂ ਲੜੀਆਂ ਜਾਣੀਆਂ ਹੈਗੀਆਂ। ਔਰ ਜਾਂ ਇਹ ਮੰਨ ਲਓ ਕਿ ਜੇ ਹਰਿਆਣੇ ਦੇ ਸਿੱਖ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਕਈ ਸਾਲ ਹਰਿਆਣਾ ਦਾ ਸਿੱਖ ਅਨੈਲੋ ਦੇ ਨਾਲ ਬੰਨ੍ਹ ਛੱਡੇ ਹੈਗੇ ਨੇ, ਜੇ ਅੱਜ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੁੱਕ ਤੋੜ ਕੇ ਉੱਥੇ ਵੱਖਰੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ, ਜਿਹਦੇ 'ਚ ਲੱਗਦਾ ਕਿ ਹਰਿਆਣਾ ਦੀ ਕਾਂਗਰਸ ਵੀ ਜ਼ਿੰਮੇਵਾਰ ਆ, BJP ਵੀ ਜ਼ਿੰਮੇਵਾਰ ਹੈ, ਪਰ ਉਸ ਤੋਂ ਵੱਡੇ ਕਸੂਰਵਾਰ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ। ਪਰ ਅੱਜ ਜੇ ਬਣ ਗਈ ਆ, ਇਹਨਾਂ ਦੀਆਂ ਗਲਤੀਆਂ ਕਰਕੇ ਜੇ ਬਣ ਗਈ ਹੈਗੀ ਆ, ਤੇ ਉੱਥੇ ਘੱਟੋ ਘੱਟ 40 ਜਿਹੜੇ ਨੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ, ਜਿਹੜੀਆਂ ਹੁਣ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਹਲਕੇ ਬਣ ਜਾਣੇ, 40 ਉੱਥੋਂ ਲੀਡਰਸ਼ਿਪ ਪੈਦਾ ਹੁੰਦੀ ਆ। ਜੇ ਅੱਜ ਉੱਥੇ ਵੱਖਰੀ ਚੋਣ ਹੁੰਦੀ ਆ, ਵੱਖਰੀ ਕਮੇਟੀ ਬਣ ਗਈ ਆ, ਤੇ ਉੱਥੇ ਜਿਹੜਾ ਸਿੱਖ ਭਾਈਚਾਰਾ ਉਹ ਮਜ਼ਬੂਤ ਵੀ ਹੋਏਗਾ। ਅੱਗੇ ਤੁਸੀਂ ਨੈਲੋ ਦੇ ਨਾਲ ਸਾਰੀ ਉਮਰ ਬੰਨ੍ਹ ਛੱਡੇ ਹੈਗੇ ਨੇ। ਇੱਕ ਉਹ ਆਜ਼ਾਦ ਹੋ ਗਏ ਨੇ ਔਰ ਉਹਨਾਂ ਨੂੰ ਵੱਖਰੀ ਬਣਾ ਦੇਣੀ ਚਾਹੀਦੀ, ਬਣ ਗਈ ਆ, ਤੇ ਉਹਨਾਂ ਨੂੰ ਲੜ ਦੇਣਾ ਚਾਹੀਦਾ ਕਿ ਤੁਸੀਂ ਸਿੱਖਾਂ ਦੇ ਤੁਸੀਂ ਆਪਣੇ ਮਸਲੇ ਆਪ ਪ੍ਰਬੰਧ ਕਰੋ। ਔਰ ਕਿਉਂਕਿ ਜਥੇਦਾਰ ਗੁਰਚਰਨ ਸਿੰਘ ਟੌੜਾ ਕਹਿੰਦੇ ਰਹੇ ਨੇ ਅਕਸਰ ਅਕਾਲੀ ਦਲ ਦੀਆਂ ਮੀਟਿੰਗਾਂ ਦੇ ਵਿੱਚ ਵੀ ਜਿੱਥੇ ਜਿੱਥੇ ਸਿੱਖ ਵੱਸਦਾ, ਹਿੰਦੁਸਤਾਨ ਦੇ ਕਿਸੇ ਵੀ ਕੋਨੇ 'ਚ ਵੱਸਦਾ, ਉਹ ਕਹਿੰਦੇ ਅਕਸਰ ਕਿ ਤੁਸੀਂ ਉੱਥੋਂ ਦੀ ਸਿਆਸਤ ਦੇ ਹਿਸਾਬ ਦੇ ਨਾਲ ਕੰਮ ਕਰੋ। ਤੁਹਾਨੂੰ ਕਿਹੜੇ ਫਿੱਟ ਬੈਠਦੇ ਨੇ, ਤੁਹਾਡੇ ਨਾਲ ਭਾਈਚਾਰਾ ਕਿਹਦੇ ਨਾਲ ਮਜ਼ਬੂਤ ਹੁੰਦਾ, ਤੁਸੀਂ ਉਹਦੇ ਨਾਲ ਸਿਆਸੀ ਸਾਂਝਾ ਪਾਓ। ਅਕਾਲੀ ਦਲ ਨੇ ਵੀ ਤਾਂ ਇਸ ਕਰਕੇ ਸੈਂਟਰ ਦੇ ਵਿੱਚ ਯਾਰੀ ਪਾਈ ਸੀ ਨਾ ਕਿ ਸਾਡੇ ਸੈਂਟਰ ਲੈਵਲ ਦੇ ਮਸਲੇ ਹੱਲ ਹੋਣਗੇ। ਵੱਖਰੀ ਗੱਲ ਆ, ਇਹਨਾਂ ਦੇ ਮਸਲੇ ਹੱਲ ਨਹੀਂ ਹੋਏ। ਸਾਂਝ ਕਿਉਂ ਪਾਈ ਸੀ? ਵਾਜਪਾਈ ਸਾਹਿਬ ਨੇ ਜੋ 96 ਦੇ ਵਿੱਚ ਅਨਕੰਡੀਸ਼ਨਲ ਇਹਨਾਂ ਨੇ ਉਹ ਦਿੱਤਾ, ਸਮਰਥਨ ਦਿੱਤਾ। ਸਾਂਝ ਕੀ ਪਾਈ
ਕਿ ਅਸੀਂ ਸੈਂਟਰ ਲੈਵਲ ਤੇ ਕੋਈ ਨਾ ਕੋਈ ਕੰਮ ਕਰਾ ਛੱਡਾਂਗੇ। ਤੇ ਇਸ ਕਰਕੇ ਜਿਹੜੇ ਦੁਨੀਆ ਦੇਸ਼ ਭਰ 'ਚ ਸਿੱਖ ਵੱਸਦੇ ਨੇ ਉਹਨਾਂ ਨੂੰ ਉੱਥੋਂ ਦੀ ਸਿਆਸਤ ਮੁਬਾਰਕ ਕਰਨੀ ਚਾਹੀਦੀ ਆ ਕਿ ਸਿੱਖ ਭਾਈਚਾਰਾ ਮਜ਼ਬੂਤ ਹੋ ਰਿਹਾ। ਤੇ ਜੇ ਤੁਸੀਂ ਚਾਹੁੰਦੇ ਹੋ ਕਿ ਸਾਡੇ ਨਾਲ ਹੀ ਬੰਨੇ ਰਹਿਣ ਜਾਂ ਇਨੈਲੋ ਦੇ ਨਾਲ ਬੰਨੇ ਰਹਿਣ ਜਾਂ ਕਾਂਗਰਸ ਨਾਲ ਬੰਨੇ ਰਹਿਣ ਜਾਂ ਬੀਜੇਪੀ ਨਾਲ, ਇਹ ਨਹੀਂ ਹੋ ਸਕਦਾ ਹੈਗਾ। ਤੁਸੀਂ ਵੀ ਤੇ ਬੰਨੇ ਰਹੇ ਬੀਜੇਪੀ ਨਾਲ। ਇੱਕ ਕੜੀ ਹੋਰ ਜੁੜਦੀ ਹੈ ਇਸੇ ਮਸਲੇ ਤੇ, ਸਰਵਾਈਵਲ ਦੀ ਗੱਲ ਆਉਂਦੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਇੱਕ ਤਸਵੀਰਾਂ ਜਿਹੜੀਆਂ 2-3 ਦਿਨ ਹੋ ਗਏ ਆਈਆਂ, ਕਾਫੀ ਵਾਇਰਲ ਵੀ ਹੋਈਆਂ ਔਰ ਉਸ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਿਆਨ ਦੇ ਦਿੱਤਾ। ਕਹਿੰਦੇ ਉਦੋਂ ਕਿੱਥੇ ਸੀ ਜਦੋਂ ਤਾਕਤ ਸੀ ਉਹਨਾਂ ਦਸਤਖਤ ਵਿੱਚ, ਹੁਣ ਦਸਤਖਤ ਕੀਤੇ ਜਾ ਰਹੇ ਹੈ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਇਹਨਾਂ ਦਸਤਖਤਾਂ ਦਾ ਕੋਈ ਫਾਇਦਾ ਨਹੀਂ ਹੋਣਾ ਔਰ ਇਸੇ ਦਾ ਜਵਾਬ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵੀ ਦੇਣ ਲੱਗੀ ਹੈ। ਇਸ ਨੂੰ ਕਿਵੇਂ ਵੇਖਿਆ ਜਾਵੇ? ਦੇਖੋ, ਸਭ ਤੋਂ ਵੱਡੀ ਗੱਲ ਹੈ ਕਿ ਪ੍ਰਕਾਸ਼ ਸਿੰਘ ਬਾਦਲ ਇੱਕ ਮੁਹਿੰਮ, ਉਸ ਮੁਹਿੰਮ ਦੇ ਵਿੱਚ ਸਾਰੇ ਲੋਕ ਸ਼ਾਮਲ ਹੋ ਰਹੇ ਨੇ, ਲੇਕਿਨ ਇਹਦੇ 'ਚ ਸੱਚਾਈ ਹੈ ਕਿ ਪ੍ਰਕਾਸ਼ ਸਿੰਘ ਬਾਦਲ 5 ਵਾਰ ਦੇ ਮੁੱਖ ਮੰਤਰੀ ਬਣੇ, ਲੇਕਿਨ ਉਹਨਾਂ ਦਾ ਹਿੰਦੁਸਤਾਨ ਦੇ ਵਿੱਚ ਜੋ ਵੱਡਾ ਕੱਦ ਆ, ਉਸ ਕੱਦ ਦੇ ਕੋਈ ਵੀ ਲੀਡਰ ਨਹੀਂ ਆ। ਉਹਨਾਂ ਦੇ ਜਿਹੜੇ ਉਸ ਲੈਵਲ ਦੇ ਹੈ ਨਾ, ਬਹੁਤ ਸਾਰੇ ਲੀਡਰ ਹੁੰਦੇ, ਲੇਕਿਨ ਇੱਕ ਨੈਸ਼ਨਲ ਲੈਵਲ ਦਾ ਲੀਡਰ ਉਹ ਪ੍ਰਕਾਸ਼ ਸਿੰਘ ਬਾਦਲ ਸੀ। ਮੁੱਖ ਮੰਤਰੀ ਵੀ ਰਹੇ ਨੇ, ਸੈਂਟਰ ਦੇ ਵਿੱਚ ਭਾਈਵਾਲ ਵੀ ਰਹੀ ਆ। ਔਰ ਦੂਜੀ ਗੱਲ, ਸੈਂਟਰ ਦੇ ਵਿੱਚ ਭਾਈਵਾਲ ਨਾ ਵੀ ਰਹੀ ਹੋਵੇ, ਪ੍ਰਕਾਸ਼ ਸਿੰਘ ਬਾਦਲ ਨੂੰ ਕਿਸੇ ਨੇ ਵੀ ਮੋੜਿਆ ਨਹੀਂ ਹੈਗਾ। ਕਿਉਂਕਿ ਡਾਕਟਰ ਮਨਮੋਹਨ ਸਿੰਘ ਨੇ ਜਦੋਂ ਜਲੰਧਰ ਦੇ ਵਿੱਚ ਆਏ ਸੀ ਤੇ ਉਹਨਾਂ ਭਰੀ ਹਾਜ਼ਰੀ ਦੇ ਵਿੱਚ, ਭਰੇ ਇਕੱਠ ਦੇ ਵਿੱਚ ਕਿਹਾ ਸੀ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਪੁੱਛੋ, ਮੈਂ ਕਦੀ ਨਾ ਕੀਤੀ ਪੰਜਾਬ ਬਾਰੇ। ਜੇ ਅਸੀਂ ਉਚਿਤ ਮੰਗਾਂ ਰੱਖੀਆਂ ਹੋਣ ਤੇ ਲਾਜ਼ਮੀ ਤੌਰ ਤੇ ਪੂਰੀਆਂ ਹੋ ਜਾਂਦੀਆਂ ਨੇ। ਪਰ ਰਹੀ ਗੱਲ, ਆਪਾਂ ਇਹ ਮੰਨ ਕੇ ਚੱਲਦੇ ਹਾਂ ਕਿ ਸ਼ਾਇਦ ਡਾਕਟਰ ਮਨਮੋਹਨ ਸਿੰਘ ਜਾਂ ਕਾਂਗਰਸ ਪਾਰਟੀ ਉਹ ਨਹੀਂ ਪੂਰੀਆਂ ਕਰਦੇ। ਪਰ ਜਦੋਂ ਬਲਵੰਤ ਸਿੰਘ ਰਾਜੋਵਾਣਾ ਦੀ ਫਾਂਸੀ ਦੀ ਸਜ਼ਾ ਮਾਫ ਕਰਵਾਈ ਆ, ਉਦੋਂ ਕਾਂਗਰਸ ਦੀ ਸਰਕਾਰ ਸੀ ਤੇ ਨਾਲ ਜਿਹੜੇ ਦੇਸ਼ ਦੇ ਰਾਸ਼ਟਰਪਤੀ ਡਾਕਟਰ APJ ਅਬਦੁਲ ਕਲਾਮ ਸਾਹਿਬ ਸੀ ਨਾ, ਤੇ ਹੋ ਗਈ। ਜਦੋਂ ਤੁਹਾਡੀ ਨੀਅਤ ਹੁੰਦੀ ਸਭ ਕੁਝ ਹੋ ਜਾਂਦਾ। ਲੇਕਿਨ ਇੱਕ ਗੱਲ ਹੈ ਕਿ ਜਦੋਂ ਇਹਨਾਂ ਨੇ 1996 ਦੇ ਵਿੱਚ ਗੱਠਜੋੜ ਬਿਨਾਂ ਸਮਰਥਨ ਪ੍ਰਕਾਸ਼ ਸਿੰਘ ਬਾਦਲ ਹੋਣਾ ਨੇ ਦਿੱਤਾ, ਹਮਾਇਤ ਦਿੱਤੀ, ਉਦੋਂ ਅਜਿਹੀਆਂ ਜਿਹੜੀਆਂ ਸਿੱਖ ਪੰਥਕ ਮਸਲੇ ਹੀ ਉਹ ਉੱਤੇ ਰੱਖ ਦੇਣੇ ਚਾਹੀਦੇ ਟੇਬਲ 'ਤੇ ਕਿ ਸਾਡੀਆਂ ਇਹ ਵਾਲੀਆਂ ਮੰਗਾਂ ਨੇ। ਚਲੋ ਆਪਾਂ ਮੰਨ ਕੇ ਚੱਲਦੇ ਕਿ ਉਦੋਂ ਇਹ ਜਿਹੜੇ ਬੰਦੀ ਸਿੰਘ ਆ ਉਹਨਾਂ ਦੀ ਅਜੇ, ਕਿਉਂਕਿ 95 ਤਾਜ਼ਾ 95 'ਚ ਤੇ ਬੇਅੰਤ ਸਿੰਘ ਵਾਲਾ ਕਤਲਕਾਂਡ ਹੋਇਆ ਉਸ ਤੋਂ ਬਾਅਦ। ਪਰ ਜਿਹੜੀ ਆਹ ਵਾਲੀ ਸਰਕਾਰ ਸੀ, ਜਦੋਂ ਹੁਣ 2014 ਦੇ ਵਿੱਚ ਨਰਿੰਦਰ ਮੋਦੀ ਸਾਹਿਬ ਦੇਸ਼ ਦੇ ਪ੍ਰਾਈਮ ਮਿਨਿਸਟਰ ਬਣੇ ਨੇ, ਉਦੋਂ ਤੇ ਆਪਾਂ ਕਰ ਹੀ ਸਕਦੇ ਸੀ ਨਾ ਕਿ ਆਹ ਮਸਲੇ ਆ, ਇਹ ਤੇ ਹੱਲ ਕਰੋ। ਪਰ ਬਹੁਤ ਸਾਰੀਆਂ ਕੋਸ਼ਿਸ਼ਾਂ ਹੋਈਆਂ, ਕਈਆਂ ਨੂੰ ਪਰੋਲ ਮਿਲੀ ਆ, ਸ਼ੁਰੂਆਤ ਹੋਈ ਆ। ਬਹੁਤ ਸਾਰੇ ਅਕਾਲੀ ਦਲ ਨੇ ਕੋਸ਼ਿਸ਼ ਕੀਤੀ, ਅਕਾਲੀ ਦਲ ਦੀ ਕੋਸ਼ਿਸ਼ਾਂ ਕਰਕੇ ਪਰੋਲ ਮਿਲੀ ਵੀ ਹੈਗੀ। ਲੇਕਿਨ ਜਦੋਂ ਸੱਤਾ ਦੇ ਵਿੱਚ ਅਕਾਲੀ ਦਲ, 2 ਐਗਜ਼ਾਮਪਲਾਂ ਹੁਣ ਕਈਆਂ ਨੇ ਬੁਰੇ ਮਨਾਣੇ, ਖਾਸ ਕਰਕੇ ਵਿਰਸਾ ਸਿੰਘ ਵਲਟੋਆ ਹੋਣੀ, ਉਹਨਾਂ ਦਾ ਫੋਨ ਵੀ ਆ ਜਾਂਦਾ ਹੈਗਾ। ਅੱਜ ਵੀ ਵਿਰਸਾ ਸਿੰਘ ਵਲਟੋਆ ਸਾਹਿਬ, ਸਾਰੀ ਅਕਾਲੀ ਦਲ ਨੂੰ ਨਹੀਂ ਪਤਾ ਹੁੰਦਾ, ਸਾਰੀ ਸਰਕਾਰ ਨੂੰ ਨਹੀਂ ਪਤਾ ਹੁੰਦਾ ਕੀ ਕੁਝ ਵਾਪਰਦਾ ਹੈਗਾ। ਅਸੀਂ ਕਹਿ ਤਾਂ ਦਿੰਦੇ ਕਿ ਇਹ ਬੰਦਾ ਪਾਰਟੀ ਦਾ MLA ਜਾਂ ਪਾਰਟੀ ਦੇ ਮੰਤਰੀ। ਤੇ ਜਦੋਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਮਸਲੇ 'ਚ ਹਾਈ ਕੋਰਟ ਵੱਲੋਂ ਸੁਮੇਧ ਸੈਣੀ ਨੂੰ ਝਟਕਾ ਲੱਗਾ ਸੀ, ਤੇ ਫਿਰ ਪੰਜਾਬ ਸਰਕਾਰ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਮਸਲੇ 'ਚ ਕਹੀ, ਅੱਜ ਵੀ ਜਿਹੜੇ ਅਕਾਲੀ ਦਲ ਦੇ ਲੀਡਰ ਜ਼ਿਆਦਾ ਹੁਣ ਬੋਲਦੇ ਨੇ, ਉਹ ਜਾ ਕੇ ਨੈੱਟ 'ਤੇ ਐਫੀਡੇਵਿਟ ਆ ਜਾਊਗਾ, ਖਬਰਾਂ ਛਪ ਜਾਣਗੀਆਂ, ਉਹਦੇ 'ਚ ਲਿਖਿਆ ਸੀ ਪੰਜਾਬ ਸਰਕਾਰ ਵੱਲੋਂ, ਉਦੋਂ ਅਕਾਲੀ ਦਲ ਦੀ ਸਰਕਾਰ ਸੀ, ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਇੱਕ ਖਤਰਨਾਕ ਅੱਤਵਾਦੀ। ਉਹ ਸੁਪਰੀਮ ਕੋਰਟ 'ਚ ਪੰਜਾਬ ਸਰਕਾਰ ਦਾ ਐਫੀਡੇਵਿਟ ਗਿਆ। ਪਰ ਹੁਣ ਕਿਉਂਕਿ ਬੰਦੀ ਸਿੰਘਾਂ ਦੇ ਮਸਲੇ 'ਚ ਕੋਸ਼ਿਸ਼ਾਂ ਕਰ ਰਹੇ ਨੇ, ਇਹਨਾਂ ਦੀ ਕੋਸ਼ਿਸ਼ਾਂ ਨੂੰ ਮੁਬਾਰਕ ਬੂਰ ਪਵੇ। ਪਰ ਇਹ ਹੈ ਕਿ ਜਦੋਂ ਤੁਹਾਡੇ ਕੋਲ ਸਰਕਾਰ ਹੁੰਦੀ ਤੁਸੀਂ ਬਹੁਤ ਕੁਝ ਕਰ ਸਕਦੇ ਹੋ। ਪਰ ਹੁਣ ਸਰਕਾਰ ਭਗਵੰਤ ਮਾਨ ਦੀ ਵੀ ਹੈ, ਅਕਾਲੀ ਦਲ ਨਾਲ ਜੋ ਕੁਝ ਹੋਣਾ, ਉਹਨਾਂ ਪੰਥਕ ਮਸਲੇ ਭੁੱਲੇ ਨੇ ਤੇ ਲੋਕਾਂ ਨੇ ਉਹਨਾਂ ਨੂੰ ਮਨ 'ਚੋਂ ਹੀ ਵਿਸਾਰ ਦਿੱਤਾ ਹੈਗਾ। ਅਕਾਲੀ ਦਲ ਹੁਣ ਤਰਲਿਆਂ 'ਤੇ ਆ ਰਿਹਾ, ਮਿੰਨਤਾਂ 'ਤੇ ਆ ਰਿਹਾ ਹੈਗਾ, ਪਰ ਉਹ ਗੱਲ ਨਹੀਂ ਬਣ ਰਹੀ। ਕਿਉਂਕਿ ਜਦੋਂ ਕੋਈ ਇੱਕ ਬੰਦਾ ਮਨ 'ਚੋਂ, ਦਿਲ 'ਚੋਂ ਉਤਰ ਜੇ ਨਾ, ਫਿਰ ਜਦੋਂ ਫਿੱਕ ਪੈ ਜੇ ਤੇ ਫਿਰ ਬਹੁਤ ਜ਼ਿਆਦਾ ਦੂਰੀਆਂ, ਟਾਈਮ ਲੱਗਦਾ ਮਿਟਣ ਵਾਸਤੇ। ਤੇ ਹੁਣ ਭਗਵੰਤ ਮਾਨ ਸਾਹਿਬ ਨੂੰ ਚਾਹੀਦਾ, ਜੇ ਅਕਾਲੀ ਦਲ ਨੇ ਨਹੀਂ ਕੁਛ ਕੀਤਾ ਹੈਗਾ, ਜਿਹੜੇ ਤੁਹਾਡੇ ਕੋਲ ਨੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ, ਜਿਹੜੇ ਤੁਸੀਂ ਨਾ ਉੱਥੇ ਬੋਰਡ ਦੀ ਮੀਟਿੰਗ ਕਰ ਰਹੇ ਹੋ, ਠੀਕ ਹੈ, ਤੇ ਨਾ ਤੁਸੀਂ ਉੱਥੇ ਪ੍ਰੋਫੈਸਰ ਭੁੱਲਰ ਨੂੰ ਛੱਡ ਰਹੇ ਹੋ। ਤੁਹਾਨੂੰ ਇਹ ਲੱਗਦਾ ਹੈ ਕਿ ਕਿਤੇ ਅਸੀਂ ਪ੍ਰੋਫੈਸਰ ਭੁੱਲਰ ਨੂੰ ਛੱਡਾਂਗੇ ਤੇ ਪੰਜਾਬ ਦਾ ਜਿਹੜਾ ਹਿੰਦੂ ਭਾਈਚਾਰਾ ਸਾਡੇ ਤੋਂ ਨਾਰਾਜ਼ ਹੋ ਜਾਊਗਾ। ਔਰ ਦੂਜਾ ਸਵਾਲ ਆ ਕਿ ਬਹਾਨਾ ਲਾਉਂਦੇ ਜੀ, ਉਹਦੇ 'ਚ ਜਿਹੜੇ ਮੈਂਬਰਾਂ ਦੇ ਵਿੱਚ ਇੱਕ ਦਿੱਲੀ ਪੁਲਿਸ ਵਾਲੇ ਵੀ ਮੈਂਬਰ। ਜੇ ਦਿੱਲੀ ਪੁਲਿਸ ਦੇਸ਼ ਦੀ ਸਰਕਾਰ ਅਧੀਨ ਆ ਤੇ ਤੁਸੀਂ ਆਪਣੀ ਰਿਜੈਂਟਮੈਂਟ ਤੇ ਸ਼ੋਅ ਕਰ ਹੀ ਸਕਦੇ ਨਾ ਕਿ ਦੇਖੋ ਜੀ, ਜਿਹੜੇ ਦਿੱਲੀ ਸਰਕਾਰ ਦੇ, ਅਰਵਿੰਦ ਕੇਜਰੀਵਾਲ ਸਰਕਾਰ ਦੇ ਜਿਹੜੇ ਮੈਂਬਰ ਨੇ, ਅਫਸਰ ਤੇ ਮੰਤਰੀ, ਉਹਨਾਂ ਨੇ ਲਿਖਤਾ ਕਿ ਪ੍ਰੋਫੈਸਰ ਭੁੱਲਰ ਨੂੰ ਛੱਡ ਦੇਣਾ ਚਾਹੀਦਾ ਹੈਗਾ। ਸੈਂਟਰ ਸਰਕਾਰ ਨਹੀਂ ਛੱਡਣਾ ਚਾਹੁੰਦੇ ਤੇ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਜਾਏ ਕਿ ਪ੍ਰੋਫੈਸਰ ਭੁੱਲਰ ਦੀ ਰਿਹਾਈ ਦੇ ਵਿੱਚ ਕੌਣ ਅੜਿੱਕਾ ਨੇ, ਆਮ ਆਦਮੀ ਪਾਰਟੀ ਸਰਕਾਰ ਅੜਿੱਕਾ ਵਾ ਜਾਂ ਫਿਰ BJP ਸੈਂਟਰ ਸਰਕਾਰ ਉਹ ਅੜਿੱਕਾ ਡਾਰੀ ਆ। ਸਥਿਤੀ ਸਪਸ਼ਟ ਹੋ ਜਾਊਗੀ। ਨਾ ਭਗਵੰਤ ਮਾਨ ਸਾਹਿਬ ਨੇ,
ਨਾ ਅਰਵਿੰਦ ਕੇਜਰੀਵਾਲ ਸਾਹਿਬ ਨੇ ਕਿਸੇ ਨੂੰ ਉਦੋਂ ਪੰਜਾਬ ਵਿਧਾਨ ਸਭਾ ਚੋਣਾਂ 2022 ਚ ਕਿਸੇ ਨੂੰ ਪੱਲਾ ਨਹੀਂ ਫੜਾਇਆ ਗਾ। ਤੇ ਇਸ ਕਰਕੇ ਦੋਨੇ ਪਾਰਟੀਆਂ ਕਹਿ ਸਕਦੇ ਕਿ ਸਾਰੀਆਂ ਇੱਕੋ ਜਿਹੀਆਂ ਆ। ਜਦੋਂ ਸੱਤਾ ਦੇ ਵਿੱਚ ਹੁੰਦਾ ਇਹਨਾਂ ਨੂੰ ਭੁੱਲ ਜਾਂਦਾ ਹੈਗਾ, ਸੱਤਾ ਤੋਂ ਬਾਹਰ ਹੋ ਜਾਂਦੇ ਨੇ ਤੇ ਫਿਰ ਸਾਰੇ ਮਸਲੇ ਹੱਲ ਹੋ ਜਾਂਦੇ। ਲੇਕਿਨ ਇਹ ਲੜਾਈ ਅਕਾਲੀ ਦਲ ਉਸ ਤਰੀਕੇ ਦੇ ਨਾਲ ਨਹੀਂ ਵਿੱਢ ਰਿਹਾ। ਟਵੀਟ ਤੇ ਫੇਸਬੁੱਕ ਤੇ ਤੁਸੀਂ ਇਹ ਕਰਕੇ ਉਹਦੇ ਨਾਲ ਤੇ ਇੱਕ ਤੁਹਾਡੀ ਆਪਣੀ ਇੱਕ ਮਨ ਨੂੰ ਤਸੱਲੀ ਹੁੰਦੀ ਆ। ਕੌਮ ਕੀ ਚਾਹੁੰਦੀ ਆ ਤੁਹਾਨੂੰ ਉਹ ਕਰਨਾ ਪੈਣਾ ਹੈਗਾ। ਉਹ ਕਰਨ ਵਾਸਤੇ ਤੁਹਾਨੂੰ ਇੱਕ ਲਾਲਸਾ ਆ ਕਿਤੇ ਜੇ ਅਸੀਂ ਬੀਜੇਪੀ ਨਾਲ ਦੂਰੀਆਂ ਮਿਟ ਰਹੀਆਂ ਨੇ, ਕੱਲ੍ਹ ਨੂੰ ਜੇ ਅਸੀਂ ਹੁਣੇ ਇੱਦਾਂ ਦੇ ਅਗਰੈਸ਼ਨ ਦਿਖਾਇਆ, ਬੁਰਾ ਭਲਾ ਗਿਆ, ਤੇ ਜਿਹੜੀ ਉਹ ਗੁੰਜਾਇਸ਼ ਬਣੀ ਕਿਤੇ ਉਹਦੇ 'ਚ ਫਿਰ ਕੋਈ ਪਵਾੜਾ ਨਾ ਪੈ ਜੇ। ਤੇ ਜੇ ਤੁਸੀਂ ਆਪਣਾ ਨਿੱਜ ਦੇਖਣਾ ਹੈਗਾ ਤੇ ਫਿਰ ਲਾਜ਼ਮੀ ਤੌਰ ਤੇ ਫਿਰ ਤਾਂ ਭਗਵੰਤ ਮਾਨ ਤੇ ਤੁਹਾਨੂੰ ਟੀਚਰਾਂ ਕਰੂਗਾ ਹੀ, ਤੇ ਉਹਨਾਂ ਟੀਚਰਾਂ ਦਾ ਜਵਾਬ ਤੁਹਾਡੇ ਕੋਲ ਹੈ ਨਹੀਂ ਆ। ਕਿਉਂਕਿ ਤੁਹਾਡੇ ਕੋਲ ਸਰਕਾਰਾਂ ਰਹੀਆਂ ਨੇ, ਸੈਂਟਰ ਦੇ ਵਿੱਚ ਵਜ਼ੀਰ ਹੀ ਵਰੇ ਨੇ, ਕੁਝ ਨਾ ਕੁਝ ਦੇ ਮਸਲੇ ਹੱਲ ਹੋ ਸਕਦੇ ਸੀ। ਤੇ ਜਿਹੜੀਆਂ ਤੁਸੀਂ ਹੁਣ ਕਹਿੰਦੇ ਕਿ ਅਕਾਲੀ ਦਲ ਨੇ ਉਹ ਬੜੀਆਂ ਜੇਲ੍ਹਾਂ ਭਰੀਆਂ ਕੁਰਬਾਨੀਆਂ ਦਿੱਤੀਆਂ, ਉਹ ਇਤਿਹਾਸ ਬਣ ਚੁੱਕਾ ਹੈਗਾ। ਤੁਹਾਨੂੰ ਉਹ ਇਤਿਹਾਸ ਬਣਾਉਣ ਵਾਸਤੇ ਪ੍ਰੈਸ ਕਾਨਫਰੰਸ ਤੇ ਫੇਸਬੁੱਕ ਤੇ ਟਵਿੱਟਰ ਛੱਡਣੇ ਪੈਣੇ ਹੈਗੇ ਨੇ। ਜਾਣਾ ਚਾਹੀਦਾ ਉੱਥੇ ਕੁਰਕਸ਼ੇਤਰ ਦੀ ਧਰਤੀ ਦੇ ਵਿੱਚ ਜਾ ਕੇ ਉੱਥੇ ਵਜਾਉਣੇ ਚਾਹੀਦੇ ਨੇ ਵੀ ਤੁਹਾਡੇ ਕਿਵੇਂ ਹੱਕ ਹੋ ਗਿਆ, ਫਿਰ ਨਜ਼ਾਰੇ ਨਾ। ਤੇ ਹੁਣ ਜੇ ਤੁਹਾਨੂੰ ਉਹ ਵੀ ਭੁੱਖ ਆ ਕਿ ਸੈਂਟਰ ਨਾਲ ਸਮਝੌਤਾ ਹੋ ਸਕਦਾ, ਤੇ ਇੱਥੇ ਜਿਹਦੇ ਨਾਲ ਚਾਹੇ ਭਗਵੰਤ ਮਾਨ ਨਾਲ ਲੜੀ ਚਲੋ, ਚਾਹੇ ਕਾਂਗਰਸ ਨਾਲ ਲੜੀ ਚਲੋ, ਤੇ ਅਕਾਲੀ ਦਲ ਲੜਨ ਜੋਗਾ ਨਹੀਂ ਰਹਿ ਗਿਆ। ਅਸਲ ਦੇ ਵਿੱਚ ਆਹ ਸੱਚਾਈ ਆ, ਉਹ ਮੰਨਣ ਨੂੰ ਤਿਆਰ ਨਹੀਂ ਅਕਾਲੀ ਦਲ। ਅਕਾਲੀ ਦਲ ਕਿਉਂਕਿ ਇੱਕ ਬਿਜ਼ਨਸ ਲੋਕਾਂ ਦੀ ਪਾਰਟੀ ਬਣ ਚੁੱਕੀ, ਵਪਾਰੀ ਤਬਕਾ ਬਹੁਤ ਜ਼ਿਆਦਾ, ਪੰਥਕ ਰਵਾਇਤਾਂ ਸਿਧਾਂਤਾਂ ਵਾਲੇ ਲੋਕ ਘੱਟ ਨੇ। ਤੇ ਜਿਸ ਪਾਰਟੀ ਦੇ ਵਿੱਚ ਇੱਦਾਂ ਦੇ ਲੋਕ ਘੱਟ ਹੋਣ ਫਿਰ ਉਹ ਆਪਣਾ ਨਿੱਜ ਹੀ ਦੇਖਦੇ ਨੇ। ਜੀ ਬਹੁਤ ਸ਼ੁਕਰੀਆ। ਪ੍ਰੋਗਰਾਮ 16 ਨੇ ਸੱਚ ਵਿੱਚ ਇਹਨਾਂ ਦੋ ਵਿਸ਼ਿਆਂ ਦੇ ਉੱਤੇ ਅਸੀਂ ਚਰਚਾ ਕੀਤੀ ਹੈ। ਦੋਵੇਂ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਨਾਲ ਸਿੱਧੇ ਤੌਰ ਤੇ ਜੁੜੇ ਹੋਏ ਨੇ। ਤਾਂ ਹੁਣ ਇਹਨਾਂ ਮਸਲਿਆਂ ਬਾਰੇ ਹੱਲ ਕੀ ਨੇ, ਸੋਲੂਸ਼ਨ ਕੀ ਨੇ? ਕੀ ਤੌਮਤਬਾਜ਼ੀ ਹੀ ਰਹੇਗੀ ਜਾਂ ਫਿਰ ਮਸਲਿਆਂ ਦੇ ਹੱਲ ਵੱਲ ਵੀ ਵਧਿਆ ਜਾਏਗਾ? ਇਹ ਤਾਂ ਹੁਣ ਉਹਨਾਂ ਨੇ ਤੈਅ ਕਰਨਾ ਜਿਨ੍ਹਾਂ ਦੇ ਹੱਥ 'ਤੇ ਸਾਰੀਆਂ ਚੀਜ਼ਾਂ ਨੇ, ਪਾਵਰਾਂ ਨੇ, ਔਰ ਸਰਕਾਰ ਦੀ ਮੌਜੂਦਾ ਧਿਰ ਦੀ ਕੀ ਇਸ 'ਤੇ ਭੂਮਿਕਾ ਬਣਦੀ ਹੈ, ਉਸਨੇ ਵੀ ਉਸ ਹਿਸਾਬ ਨਾਲ ਚੱਲਣਾ ਹੈ। ਤੁਸੀਂ ਇਹਨਾਂ ਸਾਰੇ ਮਸਲਿਆਂ ਬਾਰੇ ਕੀ ਸੋਚਦੇ ਹੋ? ਆਪਣੀ ਰਾਏ ਕਮੈਂਟ ਬਾਕਸ ਦੇ ਜ਼ਰੀਏ ਸਾਂਝੀ ਕਰ ਸਕਦੇ ਹੋ। ਫਿਲਹਾਲ ਅੱਜ ਦੀ ਇਸ ਚਰਚਾ ਵਿੱਚ ਇੰਨਾ ਹੀ। ਸਾਨੂੰ ਦਿਓ ਆਗਿਆ। ਧੰਨਵਾਦ।